ਪਾਸੇ ਆਪਾਂ 75ਵੀਂ ਵਰ੍ਹੇਗੰਢ ਮਨਾ ਰਹੇ, ਬੜੀ ਵੱਡ ਟੋਕਰੀ, 10 ਲੱਖ ਲੋਕ ਮਾਰੇ ਗਏ, 30 ਲੱਖ ਲੋਕ ਉਜੜ ਗਏ ਹੈਗੇ। ਮਲੇਰਕੋਟਲਾ ਦੀ ਐਗਜ਼ਾਮਪਲ ਰਹਿੰਦੀ ਦੁਨੀਆ ਤੱਕ ਰਹੇਗੀ। 47 ਦੇ ਵਿੱਚ ਵੱਡੋ ਵੱਡ ਹੋਈ, ਚਾਰੋਂ ਪਾਸੇ ਖੂਨ ਹੋਇਆ, ਲਹੂ ਲਹਾਨ ਹੋਇਆ, ਤਾਂ ਮਲੇਰਕੋਟਲਾ ਇੱਕ ਐਸੀ ਰਿਆਸਤ ਸੀਗੀ ਜਿਹਦੇ ਵਿੱਚ ਕਿ ਕੋਈ ਕਤਲੇਆਮ ਜਾਂ ਮਰਡਰ ਨਹੀਂ ਹੋਇਆ। ਕਿਹਾ ਇਹ ਜਾਂਦਾ ਹੈਗਾ ਕਿ ਜਿਹੜਾ ਮੁਸਲਮਾਨ ਮਲੇਰਕੋਟਲੇ ਦੀ ਜੂਝ ਪਹੁੰਚ ਗਿਆ ਉਹ ਸੇਫ ਸੀ। ਪੰਜਾਬ ਦੇ ਚਾਹੇ ਮੁਸਲਮਾਨ, ਚਾਹੇ ਸਿੱਖ, ਚਾਹੇ ਹਿੰਦੂ ਆ, ਉਹ ਨਹੀਂ ਚਾਹੁੰਦੇ ਕਿ ਪੰਜਾਬ ਵੰਡਿਆ ਜਾਵੇ ਜਾਂ ਪੰਜਾਬ ਵੰਡਿਆ ਜਾਵੇ। ਜਿੰਨਾ ਵਾਸ ਸ਼ੂਡ ਅਵੇ ਬਾਈ ਦਾ ਯੂਨੀਅਨਿਸਟ ਫਰੋਮ ਪੰਜਾਬ, ਉਹਨੇ ਕਿਹਾ ਵੀ ਇੱਥੇ ਤੇਰਾ ਕੰਮ ਨਹੀਂ ਚੱਲਣਾ, ਅਸੀਂ ਤੈਨੂੰ ਮੁਸਲਿਮ ਲੀਗ ਨਹੀਂ ਬਣਾਉਣ ਦੇਣੀ ਪੰਜਾਬ 'ਚ। ਮਾਸਟਰ ਤਾਰਾ ਸਿੰਘ ਨੇ ਖੜੇ ਹੋ ਕੇ ਲਾਹੌਰ, ਜਿਹੜੀ ਉਦੋਂ ਦੀ ਲੈਜਿਸਲੇਟਿਵ ਅਸੈਂਬਲੀ ਸੀ, ਉਹਦੀ ਪੌੜੀਆਂ 'ਤੇ ਖੜ੍ਹ ਕੇ ਤਲਵਾਰ ਕੱਢ ਕੇ ਕਿਹਾ ਕਿ ਪਾਕਿਸਤਾਨ ਮੇਰੇ ਖੂਨ ਦੇ ਉੱਤੇ, ਕੋਈ ਸਿੱਖ ਨਹੀਂ ਬਣਨ ਦੇਗਾ ਪਾਕਿਸਤਾਨ। ਔਰ ਬੜੀਆਂ ਦਰਦਨਾਕ ਸਟੋਰੀਜ਼ ਨੇ, ਕਿੱਦਾਂ ਪਰਿਵਾਰ ਅੱਡ ਹੋਏ, ਕਈਆਂ ਨੇ ਤੇ ਆਪਣੀ ਆਪ ਮਾਰਤੇ, ਕਿੰਨੀਆਂ ਵੂਮਨ ਜਿਹੜੀਆਂ ਦੋਨੋਂ ਕਮਿਊਨਿਟੀਜ਼ ਦੀਆਂ ਬਾਅਦ 'ਚ ਰਿਕਵਰ ਹੋਈਆਂ, ਇੱਕ ਦੂਜੇ ਨਾਲ ਐਕਸਚੇਂਜ ਹੋਈ। ਦੁੱਖਦਾਈ ਹੈਗਾ ਇਹ ਪੋਲੀਟਿਕਸ ਜਿਹੜਾ ਨਾ ਜੀ, ਇਹ ਕੰਮ ਖਰਾਬ ਕਰ। ਜੇ ਪੋਲੀਟਿਕਸ ਨਾ ਹੁੰਦਾ ਤਾਂ ਹਿੰਦੁਸਤਾਨ ਦੀ ਡਿਵੀਜ਼ਨ ਨਹੀਂ ਸੀ ਹੋਣੀ, ਅਸੀਂ ਰਹਿ ਜਾਣਾ ਸੀ। ਦੇਸ਼ ਵੰਡਿਆ ਗਿਆ, ਉਸ ਦੇਸ਼ ਵੰਡੇ ਦੌਰਾਨ ਬੜੀ ਵੱਡ ਟੁੱਕ ਹੋਈ ਆ। ਅਤੀਤ ਨੂੰ ਪੱਲੇ ਵੀ ਰੱਖਣਾ ਚਾਹੀਦਾ, ਕਿਉਂਕਿ ਅਤੀਤ ਤੋਂ ਬਹੁਤ ਸਾਰਾ ਸਿੱਖਿਆ ਜਾਂਦਾ, ਗਲਤੀਆਂ ਤੋਂ ਬਹੁਤ ਜ਼ਿਆਦਾ ਸਿੱਖਿਆ ਜਾਂਦਾ। ਇਹਨਾਂ ਦਿਨਾਂ 'ਚ ਅਸੀਂ 75ਵੀਂ ਵਰ੍ਹੇਗੰਢ ਮਨਾ ਰਹੇ ਹਾਂ, ਪਰ ਉਹਨਾਂ ਦਿਨਾਂ ਦੇ ਵਿੱਚ ਇੱਕ ਇਨਸਾਨੀਅਤ ਦੀ ਸਭ ਤੋਂ ਵੱਡੀ ਮਿਸਾਲ ਸੀ, ਸ਼ਾਇਦ ਦੁਨੀਆ 'ਚ ਵੀ ਓਡੀ ਵੱਡੀ ਕਿਤੇ ਮਿਸਾਲ ਨਜ਼ਰ ਨਾ ਆਵੇ, ਉਹ ਸੀ ਮਲੇਰਕੋਟਲਾ। ਅਤੇ ਮਲੇਰਕੋਟਲੇ 'ਚ ਇੱਕ ਵੀ ਕਿਸੇ ਦੀ ਮਾਰ ਕੁਟਾਈ, ਨਾ ਕਿਸੇ ਦਾ ਕਤਲ ਹੋਇਆ। ਇਸ ਪੂਰੇ ਵਾਕਿਆ ਨੂੰ ਸਮਝਣ ਦਾ ਯਤਨ ਕਰਾਂਗੇ। ਸਾਡੇ ਨਾਲ ਸੂਬੇ ਦੇ ਸਾਬਕਾ ਮੁੱਖ ਸਕੱਤਰ ਤੇ ਲੇਖਕ ਸਰਦਾਰ ਰਮੇਸ਼ਇੰਦਰ ਸਿੰਘ ਹੋਣੀ। ਸਰ, ਬਹੁਤ ਬਹੁਤ ਸਵਾਗਤ। ਸਤਿ ਸ਼੍ਰੀ ਅਕਾਲ ਜੀ। ਸਰ, ਇੱਕ ਪਾਸੇ ਆਪਾਂ 75ਵੀਂ ਵਰ੍ਹੇਗੰਢ ਮਨਾ ਰਹੇ, ਬੜੀ ਵੱਡ ਟੋਕਰੀ, 10 ਲੱਖ ਲੋਕ ਮਾਰੇ ਗਏ, 30 ਲੱਖ ਲੋਕ ਉਜੜ ਗਏ ਹੈਗੇ। ਮਲੇਰਕੋਟਲਾ ਦੀ ਐਗਜ਼ਾਮਪਲ ਰਹਿੰਦੀ ਦੁਨੀਆ ਤੱਕ ਰਹੇਗੀ। ਕੀ ਮੰਨਦੇ ਹੈਗੇ ਇਹਦੇ ਪਿੱਛੇ? ਇਸ ਤਰ੍ਹਾਂ ਜੀ, ਮਲੇਰਕੋਟਲਾ ਪੰਜਾਬ ਦੀ ਇੱਕ ਵਾਹਦ ਸ਼ਹਿਰ ਕਹਿ ਲਓ ਜਾਂ ਸਟੇਟ ਕਹਿ ਲਓ ਹੈ, ਜਿੱਥੇ ਕਿ ਮੁਸਲਿਮ ਪੋਪੂਲੇਸ਼ਨ ਜਿਹੜੀ ਹੈ ਉਹ ਮੈਜੋਰਿਟੀ ਦੇ ਵਿੱਚ ਹੈ ਜੀ। ਔਰ ਇਹ ਸਟੇਟ ਦਾ ਜਿਹੜਾ ਬੁਨਿਆਦ ਹੈ ਉਹ ਕੋਈ 1454, ਮਤਲਬ 15ਵੀਂ ਸਦੀ ਦੇ ਵਿੱਚ ਉਹ ਉੱਥੇ ਰੱਖੀ ਗਈ। ਇੱਕ ਸੂਫੀ ਸੰਤ ਸਨ ਮੁਸਲਿਮ, ਉਹਨਾਂ ਨੂੰ ਉਸ ਟਾਈਮ ਉਹ ਅਫਗਾਨਿਸਤਾਨ ਦੇ ਸੀਗੇ, ਅਤੇ ਲੋਧੀ ਜੋ ਦਿੱਲੀ ਦੇ ਉੱਤੇ ਰਾਜ ਕਰਦੇ ਸੀ, ਉਹਨਾਂ ਨੇ ਇੱਕ ਪਹਿਲੀ ਜੋ ਸੀ ਛੋਟੀ ਜਗੀਰ ਜਿਹੜੀ ਸੀਗੀ ਉਹ ਦਿੱਤੀ। ਤੋ ਇੱਕ ਤਰੀਕੇ ਦੇ ਨਾਲ ਮਲੇਰਕੋਟਲਾ ਸਟੇਟ ਦਾ ਆਪਾਂ ਕਹਿ ਸਕਦੇ ਹਾਂ ਕਿ ਜਨਮ ਜਿਹੜਾ ਹੈਗਾ ਉਹ ਇੱਕ ਸੂਫੀ ਪਰੰਪਰਾ ਦੇ ਵਿੱਚ ਹੋਇਆ। ਉਸ ਤੋਂ ਲਗਭਗ 200 ਸਾਲ ਬਾਅਦ ਇਹ ਜਾ ਕੇ 1657 ਦੀ ਗੱਲ ਹੈ, ਇਹਨਾਂ ਨੂੰ ਇੱਕ ਤਰ੍ਹਾਂ ਦਾ ਪੋਲੀਟੀਕਲ ਰੈਕੋਗਨੀਸ਼ਨ ਮਿਲੀ। ਪਹਿਲਾਂ ਇਹਨਾਂ ਨੂੰ ਮਲੇਰ ਪਿੰਡ ਦਿੱਤਾ ਗਿਆ, ਫਿਰ ਕੋਟਲਾ ਵਿਚ ਵਾਜ਼ ਏ ਫੋਰਟ ਵਿਚ ਵਾਜ਼ ਬਿਲਟ ਬਾਈ ਦੈਮ, ਅਤੇ ਇਹਨਾਂ ਦੀ ਇੱਕ ਨਵਾਬੀਅਤ ਜਿਹੜੀ ਆਪਾਂ ਕਹਿੰਦੇ ਆਗੇ ਉਹ ਜਾ ਕੇ ਉਦੋਂ ਕਾਇਮ ਹੋਈ। ਅਤੇ ਉਸ ਸਮੇਂ ਦੇ ਜੋ ਸੀਗੇ ਇਹ ਸ਼ੇਖ ਸਾਹਿਬ ਉਦੋਂ ਦੇ, ਜਦ ਹੀ ਤੁਹਾਨੂੰ ਯਾਦ ਹੋਏਗਾ ਕਿ ਔਰੰਗਜ਼ੇਬ ਦੇ ਟਾਈਮ 'ਤੇ ਦਾਰਾ ਸ਼ਿਖਾ ਉਹਨਾਂ ਦਾ ਆਪਸ 'ਚ ਯੁੱਧ ਵੀ ਹੋਇਆ, ਤਾਂ ਉਹਨਾਂ ਨੇ ਦਾਰਾ ਸ਼ਿਖਾ ਦੇ ਅਗੇਂਸਟ ਜੋ ਸੀ ਸਲਤਨਤ ਦੀ ਮਦਦ ਕੀਤੀ, ਤਾਂ ਉਹਦੇ ਰਿਵਾਰਡ ਵਜੋਂ ਜਿਹੜਾ ਸੀਗਾ ਇਹ ਫਾਊਂਡੇਸ਼ਨ ਰੱਖੀ ਗਈ। ਔਰ ਮਲੇਰਕੋਟਲਾ ਸਟੇਟ ਜਿਹੜੀ ਹੈਗੀ ਹੈ, ਚਾਹੇ ਉਹ 1454 'ਚ ਉੱਥੇ ਉਹਨਾਂ ਨੂੰ ਮਤਲਬ ਧਾਰਮਿਕ ਸਥਾਨ ਦੀ ਰੈਕੋਗਨੀਸ਼ਨ ਦੇ ਦਿੱਤੀ ਗਈ ਸੀਗੀ, ਲੇਕਿਨ ਐਜ਼ ਏ ਸਟੇਟ ਜਿਹੜਾ ਹੈਗਾ ਹੈ ਪਹਿਲੀ ਵਾਰ 1657 ਦੇ ਵਿੱਚ ਉਹ ਬਣੀ। 1707 ਦੇ ਵਿੱਚ ਜੇ ਅਸੀਂ ਜਾਈਏ, ਤੁਸੀਂ ਜਿਹੜੀ ਗੱਲ ਕਰ ਰਹੇ ਹੋ, ਅਤੇ ਗੁਰੂ ਮਹਾਰਾਜ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਅਨੰਦਪੁਰ ਸਾਹਿਬ ਸੀਗੇ। ਉਸ ਟਾਈਮ ਮੁਗਲਾਂ ਦੇ ਨਾਲ ਜੱਦੋ ਜਹਿਦ ਚੱਲ ਰਹੀ ਸੀ, ਪਹਾੜੀਆਂ ਰਾਜਿਆਂ ਦੇ ਨਾਲ ਵੀ ਜੱਦੋ ਜਹਿਦ ਚੱਲ ਰਹੀ ਸੀਗੀ। ਤਾਂ ਉਸ ਸਮੇਂ ਜਦ ਕਾਫੀ ਦੇਰ ਲੰਬਾ ਇੱਕ ਜਿਹੜਾ ਸੀਗਾ ਘੇਰਾਬੰਦੀ ਹੋਈ, ਤਾਂ ਉਸ ਸਮੇਂ 1707 ਦੇ ਵਿੱਚ, 1705 'ਚ, 7 ਨਹੀਂ, ਮਹਾਰਾਜ ਜਿਹੜੇ ਸੀਗੇ ਉੱਥੋਂ ਆਪਣੇ ਫੈਮਿਲੀ ਦੇ ਨਾਲ ਵੱਖ-ਵੱਖ ਹੋ ਗਏ, ਨਿਕਲੇ, ਅਤੇ ਜਿਹੜੇ ਛੋਟੇ 2 ਸਾਹਿਬਜ਼ਾਦੇ ਸਨ, ਹਾਂਜੀ,
ਫਤਿਹਵਰ ਸਿੰਘ ਜੀ ਤੇ ਫਤਿਹ ਸਿੰਘ ਜੀ ਐਂਡ ਜ਼ੋਰਾਵਰ ਸਿੰਘ ਜੀ, ਇਹਨਾਂ ਦੋਨਾਂ ਨੂੰ ਸਰਹੰਦ ਦੇ ਸੂਬੇਦਾਰ ਜਿਹੜੇ ਸੀਗੇ ਵਜ਼ੀਰ ਖਾਂ, ਉਹਨਾਂ ਨੇ ਫੜ ਲਿਆ ਸੀ ਜੀ। ਬਿਲਕੁਲ। ਤੇ ਉਹਨਾਂ ਨੂੰ ਇੱਕ ਤਰ੍ਹਾਂ ਦਾ ਉਹਨੇ ਪਰਸੂਏਡ ਕਰਨ ਦੀ ਕੋਸ਼ਿਸ਼ ਕੀਤੀ ਕਿ ਤੁਸੀਂ ਇਸਲਾਮ ਕਬੂਲ ਕਰ ਲਓ, ਤੇ ਸ਼ਹਿਬਜ਼ਾਦੇ ਸਾਹਿਬਾਨ ਨੇ ਇਨਕਾਰ ਕਰ ਦਿੱਤਾ, ਤੇ ਉਹ ਯੋਧੇ ਜਿਹੜੇ ਸੀਗੇ ਉਹ ਦੀਵਾਰ ਦੇ ਵਿੱਚ ਚਿਣਾਏ ਗਏ। ਤਾਂ ਉਸ ਦੇ ਪ੍ਰੋਟੈਸਟ ਦੇ ਵਿੱਚ ਜੋ ਉਸ ਸਮੇਂ ਨਵਾਬ ਮਲੇਰਕੋਟਲਾ ਸਨ, ਹੁਣ ਇਹਦੇ 'ਚ ਇਤਿਹਾਸਕਾਰਾਂ 'ਚ ਦੋ ਵਰਸ਼ਨਸ ਨਹੀਂ ਹੈ। ਇੱਕ ਤਾਂ ਹੈਗਾ ਕਿ ਵਜ਼ੀਰ ਖਾਂ ਦੇ ਨਾਲ ਉਹਨਾਂ ਦੇ ਰਿਲੇਸ਼ਨਸ਼ਿਪ ਸੀਗੀ, ਤੇ ਉਹ ਉੱਥੇ ਮੌਜੂਦ ਸਨ ਸਰਹੰਦ ਦੇ ਵਿੱਚ ਜਦ ਇਹ ਵਾਕਿਆ ਹੋਇਆ, ਤੇ ਉਹਨਾਂ ਨੇ ਹਾਂ ਦਾ ਨਾਰਾ ਜਿਹੜਾ ਹੈਗਾ ਉਹ ਲਾਇਆ। ਕੁਝ ਇਤਿਹਾਸਕਾਰ ਇਹ ਕਹਿੰਦੇ ਨੇ ਕਿ ਨਹੀਂ, ਉਹ ਆਪ ਮੌਜੂਦ ਨਹੀਂ ਸਨ। ਉਹਨਾਂ ਨੇ ਬਾਅਦ ਦੇ ਵਿੱਚ ਔਰੰਗਜ਼ੇਬ ਨੂੰ ਇੱਕ ਚਿੱਠੀ ਲਿਖੀ ਕਿ ਜੋ ਤੁਸੀਂ ਕੀਤਾ ਬਹੁਤ ਗਲਤ ਕੀਤਾ, ਤੇ ਇਹ ਬੜੀ ਵੱਡੀ ਜ਼ਿਆਦਤੀ ਹੋਈ ਹੈ। ਉਹਨਾਂ ਦਾ ਮੰਨਣਾ ਇਹ ਸੀਗਾ ਵੀ ਤੁਹਾਡੀ ਜੇ ਕੋਈ ਡਿਫਰੈਂਸਿਸ ਨਹੀਂ ਗਿਆ, ਤੁਹਾਡਾ ਜੋ ਜਦੋਜਹਿਦ ਹੈ ਜਾਂ ਧਾਰਮਿਕ ਕੋਈ ਵਿਚਾਰਧਾਰਾ 'ਚ ਅੰਤਰ ਹੈ, ਤਾਂ ਉਹ ਗੁਰੂ ਮਹਾਰਾਜ ਸਾਹਿਬ ਨਾਲ ਹੈ। ਬੱਚਿਆਂ ਦੇ ਨਾਲ ਤੁਸੀਂ ਇਹ ਰੋਸ ਕਿਉਂ ਕਰਦੇ ਹੋ? ਤੋ 1947 ਦੇ ਵਿੱਚ ਜਦ ਭਾਰਤ ਨੂੰ ਆਜ਼ਾਦੀ ਮਿਲੀ, ਤੇ ਉਹ ਇੰਸਟਰੂਮੈਂਟ ਆਫ ਸੈਸ਼ਨ ਦੇ ਵਿੱਚ ਮਲੇਰਕੋਟਲਾ ਵੀ ਜਿਹੜਾ ਹੈਗਾ ਉਹ ਹਿੰਦੁਸਤਾਨ ਨਾਲ ਆ ਗਿਆ। ਉਸ ਸਮੇਂ ਦੇ ਐਕਚੁਅਲੀ ਜੇ ਦੇਖਿਆ ਜਾਏ, ਸ਼ਹਿਰ ਦੀ ਸਾਰੀ ਕੋਈ 400 ਕਿਲੋਮੀਟਰ ਦੀ ਏਰੀਆ ਸੀਗਾ, ਤੇ ਸਿਟੀ ਦੇ ਵਿੱਚ ਆਲਮੋਸਟ 68% ਪਾਪੂਲੇਸ਼ਨ ਜਿਹੜੀ ਸੀਗੀ ਉਹ ਮੁਸਲਿਮ ਸੀਗੀ, 20% ਹਿੰਦੂ ਸੀਗੀ, ਤੇ ਬਾਕੀ ਦੇ ਕਿਉਂਕਿ ਸਿੱਖ ਪਾਪੂਲੇਸ਼ਨ ਤਾਂ ਮੋਸਟਲੀ ਪਿੰਡਾਂ 'ਚ ਹੀ ਸੀਗੀ। ਪਿੰਡਾਂ 'ਚ ਵੀ ਜਿਹੜੀ ਸਿੱਖ ਪਾਪੂਲੇਸ਼ਨ ਹੈ ਉਹਦੀ ਜੋ ਸਭ ਤੋਂ ਵੱਧ ਸੀਗੇ, ਲੇਕਿਨ ਹਿੰਦੂ ਵੀ ਸੀਗੇ ਬਹੁਤ ਘੱਟ, ਤੇ ਕੁਝ ਮੁਸਲਮਾਨ ਸੀਗੇ। ਮੁਸਲਮਾਨ ਖੇਤੀ ਕਰਦੇ ਸੀ ਜੀ, ਕਬੋ ਕਰਕੇ ਖਾਸ ਇੱਕ ਇਹਨਾਂ ਦਾ ਮੁਸਲਿਮ ਭਾਈਚਾਰਾ ਹੈ, ਜਿਹੜੀਆਂ ਸਬਜ਼ੀਆਂ ਬੀਜਦੇ ਨੇ। ਹੁਣ ਵੀ ਉੱਥੇ ਬੜੀ ਜ਼ੋਰ ਸ਼ੋਰ ਦੇ ਨਾਲ ਕਬੋ ਕਮਿਊਨਿਟੀ ਜਿਹੜੀ ਹੈਗੀ ਹੈ ਉਹ ਕਰਦੀ ਹੈ। ਤੋ ਰੂਲਰ ਜਿਹੜੇ ਸੀਗੇ ਅਫਗਾਨ ਪਠਾਨ ਸਨ, ਲੇਕਿਨ ਆਮ ਪਾਪੂਲੇਸ਼ਨ ਦਾ ਕਨਵਰਸ਼ਨ ਹੁੰਦੀ ਹੈਗੀ, ਤੁਹਾਨੂੰ ਪਤਾ ਹੀ ਹੈਗੀ, ਬਾਅਦ 'ਚ ਹੈਗੀ। ਨਵਾਬ ਸਾਹਿਬ ਦਾ ਭਾਈ ਮਾਈਗ੍ਰੇਟ ਕਰ ਗਿਆ ਸੀ ਪਾਕਿਸਤਾਨ, ਆਪ ਉਹ ਇੱਥੇ ਹੀ ਰਹੇ। ਇਲੈਕਸ਼ਨ ਵੀ ਲੜੀ ਉਹਨਾਂ ਨੇ, ਉਹਨਾਂ ਦੀ ਵਾਈਫ ਜਿਹੜੀ ਸੀਗੀ ਉਹਨਾਂ ਨੇ ਵੀ ਇਲੈਕਸ਼ਨ ਲੜੀ, ਲੈਜਿਸਲੇਟਿਵ ਅਸੈਂਬਲੀ ਦੇ ਮੈਂਬਰ ਵਗੈਰਾ ਬਣਦੇ ਰਹੇ ਨੇਗੇ। ਤੋ ਉਸ ਸਮੇਂ ਜਦ 47 ਦੇ ਵਿੱਚ ਵੱਡੋ ਵੱਡ ਹੋਈ, ਚਾਰੋਂ ਪਾਸੇ ਖੂਨ ਹੋਇਆ, ਲਹੂ ਲਹਾਨ ਹੋਇਆ, ਤਾਂ ਮਲੇਰਕੋਟਲਾ ਇੱਕ ਐਸੀ ਰਿਆਸਤ ਸੀਗੀ ਜਿਹਦੇ ਵਿੱਚ ਕਿ ਕੋਈ ਕਤਲੇਆਮ ਜਾਂ ਮਰਡਰ ਨਹੀਂ ਹੋਇਆ। ਜਿਹੜਾ ਪੰਜਾਬ 'ਚ ਜਿਹੜਾ ਇੰਨਾ ਜ਼ਿਆਦਾ ਲਹੂ ਲਹਾਨ ਹੋਇਆ, ਪੰਜਾਬੀ ਇੱਕ ਦੂਜੇ ਨੂੰ ਮਾਰਿਆ, ਵੱਢ ਟੁੱਕ ਹੋਈ, ਚਾਹੇ ਉਹ ਸਿੱਖ ਸੀ, ਚਾਹੇ ਹਿੰਦੂ ਸੀ, ਚਾਹੇ ਮੁਸਲਮਾਨ ਸੀ। ਮਤਲਬ ਜਿਹੜਾ ਉਹਨਾਂ ਨੇ ਮਲੇਰਕੋਟਲਾ ਨਵਾਬ ਨੇ ਛੋਟੇ ਸਾਹਿਬਜ਼ਾਦਿਆਂ ਦਾ ਜਿਹੜਾ ਉਹਨਾਂ ਬਲਿਦਾਨ, ਉਹਨੂੰ ਹਾਂ ਦਾ ਨਾਰਾ, ਇੱਕ ਉਹੀ ਇੱਕ ਸਿੰਬੋਲਿਕ ਕਿ ਇਹਨਾਂ ਨੇ ਹਾਂ ਦਾ ਨਾਰਾ ਮਾਰਿਆ ਗਿਆ, ਤੇ ਅੱਜ ਤੱਕ ਉਹ ਜਿਹੜੀ ਕਾਇਮ ਆ ਇਨਸਾਨੀਅਤ, ਉਹ ਜਿੰਦਾ ਉੱਥੇ ਜੀ। ਸਹੀ ਗੱਲ ਹੈ ਜੀ ਤੁਹਾਡੀ। ਰਿਲੇਸ਼ਨਸ਼ਿਪ ਜਿਹੜਾ ਸੀਗਾ ਕਮਿਊਨਿਟੀਜ਼ ਦਾ ਮਲੇਰਕੋਟਲਾ ਸਟੇਟ ਦੇ ਵਿੱਚ ਸ਼ੁਰੂ ਤੋਂ ਹੀ ਬਹੁਤ ਕਾਰਡੀਅਲ ਰਿਹਾ ਹੈਗਾ। ਮੇਰੇ ਨਾਨਕੇ ਮਲੇਰਕੋਟਲਾ ਸਟੇਟ ਦੇ ਵਿੱਚ ਨੇ, ਨਾਲ ਹੀ ਨੇ। ਇਨਫੈਕਟ ਮੇਰੇ ਨਾਨਾ ਜੀ ਉਹ ਇੱਕ ਤਰ੍ਹਾਂ ਦੇ ਨਵਾਬ ਦੇ ਮੁਲਾਜ਼ਮ ਸਨ। 21 ਪਿੰਡਾਂ ਦਾ ਉਹਨਾਂ ਨੂੰ ਚਾਰਜ ਦਿੱਤਾ ਹੋਇਆ ਸੀਗਾ, ਰੈਵਨਿਊ ਕਲੈਕਸ਼ਨ ਵਗੈਰਾ, ਹੋਰ ਐਡਮਿਨਿਸਟ੍ਰੇਸ਼ਨ ਦਾ। ਤਾਂ ਉਹ ਦੱਸਦੇ ਨੇਗੇ ਕਿ ਸਾਰੇ ਸਟੇਟ ਦੇ ਵਿੱਚ ਹੀ ਕੋਈ ਡਿਫਰੈਂਸਿਸ ਨਹੀਂ ਸੀਗੇ। ਨਵਾਬ ਜਿਹੜਾ ਸੀਗਾ ਉਹ ਇਕੁਅਲੀ ਹਿੰਦੂ ਸਿੱਖ ਮੁਸਲਮਾਨਾਂ ਨੂੰ, ਆਫਕੋਰਸ ਮੁਸਲਿਮ ਕਿਉਂਕਿ ਰੂਲਰ ਉਹ ਸੀਗੇ ਤਾਂ ਡੋਮੀਨੈਂਸ ਤਾਂ ਉਹਨਾਂ ਦੀ ਹੋਣੀ ਹੈਗੀ। ਤੋ ਸੰਨ 47 ਵੇਲੇ ਜਦ ਵੱਡੋ ਵੱਡ ਸ਼ੁਰੂ ਹੋਈ, ਜੋ ਫੈਮਿਲੀ ਤੋਂ ਮੈਨੂੰ ਪਤਾ ਲੱਗਿਆ, ਮੇਰੇ ਨਾਨਾ ਜੀ ਵਿਆਹੇ ਹੋਏ ਸੀਗੇ, ਬੜੁੱਖਾਂ ਪਿੰਡ ਹੈ ਜੀ ਮਸਤਵਾਣਾ ਦੇ ਕੋਲੇ, ਸੰਗਰੂਰ ਦੇ ਕੋਈ 4 ਕਿਲੋਮੀਟਰ ਬਾਅਦ, ਜਿੱਥੇ ਮਹਾਰਾਜਾ ਰਣਜੀਤ ਸਿੰਘ ਦੇ ਵੀ ਨਾਨਕੇ ਸਨ, ਤੁਹਾਨੂੰ ਯਾਦ ਹੋਏਗਾ, ਬੜੁੱਖਾਂ। ਤੋ ਉਹਨਾਂ ਨੇ ਕਿਹਾ ਵੀ ਬੱਚਿਆਂ ਨੂੰ ਉੱਥੇ ਭੇਜ ਦਿਓ। ਤੋ ਗੱਡੀਆਂ ਦੇ ਵਿੱਚ ਚੱਲੇ, ਨਾਲ ਘੋੜਸਵਾਰ ਮੁੰਡੇ ਭੇਜਤੇ ਮਨੁੱਖਾਂ ਵਾਲੇ ਵੀ ਛੱਡ ਕੇ ਆਓ ਉੱਥੇ, ਤਾਂ ਕਿ ਇੱਥੇ ਕੋਈ ਹੋਵੇ। ਤੋ ਮਦਰ ਮੇਰੇ ਦੱਸਦੇ ਨੇ ਵੀ ਪਹਿਲੀ ਰਾਤ ਉਹਨਾਂ ਨੇ ਜਾ ਕੇ ਧੂਰੀ ਕੱਟੀ, ਤੇ ਧੂਰੀ ਰਾਤ ਕੱਟ ਕੇ ਫਿਰ ਉਹ ਨੈਕਸਟ ਡੇ ਬੜੁੱਖੇ ਪਹੁੰਚੇ, ਤੇ ਉਹ ਮੁੰਡੇ ਜਿਹੜੇ ਸੀਗੇ ਜਵਾਨ ਬੰਦੂਕਾਂ ਵਾਲੇ, ਉਹ ਘੋੜੇ ਲੈ ਕੇ ਵਾਪਸ ਆ ਗਏ। ਲੇਕਿਨ ਕਿਤੇ ਵੀ ਕੋਈ ਕਤਲੇਆਮ ਵਗੈਰਾ ਨਹੀਂ ਹੋਇਆ। ਹਾਲਾਂਕਿ ਈਵਨ ਅਦਰ ਪ੍ਰਿੰਸਲੀ ਸਟੇਟਸ ਦੇ ਵਿੱਚ ਟਾਵਾਂ ਵਾਕਿਆ ਜ਼ਰੂਰ ਹੋਏ ਨੇਗੇ ਜਿੱਥੇ ਮੁਸਲਮਾਨ ਸੀਗੇ। ਕਿਹਾ ਇਹ ਜਾਂਦਾ ਹੈਗਾ ਕਿ ਜਿਹੜਾ ਮੁਸਲਮਾਨ ਮਲੇਰਕੋਟਲੇ ਦੀ ਜੂਹ 'ਚ ਪਹੁੰਚ ਗਿਆ ਉਹ ਸੇਫ ਸੀ, ਹਾਂਜੀ।
ਤੇ ਜਾ ਉੱਥੇ ਤੱਕ ਭਾਵੇਂ ਉਹਨੂੰ ਚੇਜ਼ ਕਰਦੇ ਰਹਿਣ, ਬਟ ਮੂਵਮੈਂਟ ਹੀ ਐਂਟਰਸ ਦਾ ਜੁਰਿਡਿਕਸ਼ਨ ਆਫ ਦਾ ਮਲੇਰਕੋਟਲਾ ਸਟੇਟ, ਹੀ ਵਾਜ਼ ਸੇਫ। ਸੋ ਇਹ ਭਾਈਚਾਰਾ ਜਿਹੜਾ ਹੈਗਾ ਹੁਣ ਵੀ ਬਣਿਆ ਹੋਇਆ ਜੀ ਬੜਾ। ਔਰ ਤੁਸੀਂ ਦੇਖੋਗੇ ਕਿ ਇਸੇ ਭਾਈਚਾਰੇ ਦੀ ਰੈਕੋਗਨੀਸ਼ਨ ਦੇ ਵਿੱਚ 23rd ਡਿਸਟ੍ਰਿਕਟ ਜਿਹੜਾ ਹੈਗਾ ਮਲੇਰਕੋਟਲੇ ਨੂੰ 2021 ਦੇ ਵਿੱਚ ਬਣਾਇਆ ਗਿਆ। ਹਾਲਾਂਕਿ ਏਰੀਆ ਬਹੁਤ ਛੋਟਾ ਹੈਗਾ ਜੀ, ਹਾਂਜੀ। ਪ੍ਰੈਕਟੀਕਲੀ ਮਲੇਰਕੋਟਲਾ, ਅਹਿਮਦਗੜ੍ਹ ਤੇ ਹੁਣ ਅਮਰਗੜ੍ਹ ਨੂੰ ਵੀ ਸਬ ਡਿਵੀਜ਼ਨ ਬਣਾ ਦਿੱਤਾ। ਔਰ ਕਨਸੈਂਟਰੇਸ਼ਨ ਜਿਹੜੀ ਹੈਗੀ ਬਲਕ ਆਫ ਮੁਸਲਿਮਸ ਦੀ ਉਹ ਸਿਟੀ 'ਚ ਹੈ, ਬਟ ਪਿੰਡਾਂ 'ਚ ਵੀ ਖੇਤੀ ਦੇ ਕਾਸ਼ਤਕਾਰ ਜਿਹੜੇ ਨੇਗੇ ਉਹ ਬੈਠੇ ਨੇਗੇ ਜੀ। ਸਰ, ਕਿਉਂਕਿ ਹਿੰਦੁਸਤਾਨ ਦੇ ਵਿੱਚ ਬਹੁਤ ਸਾਰੇ ਦੰਗੇ ਹੋਏ ਆ, ਪੰਜਾਬ ਦੇ ਵਿੱਚ ਰੱਬ ਦੀ ਕਿਰਪਾ 47 ਨੂੰ ਛੱਡ ਕੇ ਬਾਕੀ ਕਦੀ ਇੱਥੇ ਨਹੀਂ ਇੱਦਾਂ ਦੀ ਭਾਈਚਾਰਕ ਸਾਂਝ ਟੁੱਟੀ ਹੈਗੀ। ਇੱਦਾਂ ਦੀ ਮਿਸਾਲ ਸਰ ਇੰਡੀਆ ਦੇ ਵਿੱਚ ਕਿਤੇ ਹੋਰ ਵੀ ਦੁਨੀਆ ਦੇ ਕੋਨੇ 'ਚ ਮਿਲਦੀ ਹੈ ਜੀ, ਕਈ ਜਗ੍ਹਾ ਮਿਲਦੀਆਂ ਨੇਗੀਆਂ। ਐਸੀਆਂ ਇੰਸਟੈਂਸਿਸ ਆਉਂਦੇ ਨੇ ਜਿੱਥੇ ਕਤਲੇਆਮ ਨਹੀਂ ਹੋਇਆ। ਇੰਡੀਵਿਜੂਅਲ ਲੈਵਲ ਦੇ ਉੱਤੇ ਤੇ ਬੜੀ ਜਗ੍ਹਾ ਜਿਹੜਾ ਹੈਗਾ ਇੱਕ ਦੂਜੇ ਨੂੰ ਸੇਵ ਕੀਤਾ। ਸਿੱਖਾਂ ਨੇ ਮੁਸਲਮਾਨਾਂ ਨੂੰ, ਮੁਸਲਮਾਨਾਂ ਨੇ ਹਿੰਦੂਆਂ ਨੂੰ ਜੋ ਹੈ। ਤੋ ਇਹ ਐਟ ਪਰਸਨਲ 1-to-1 ਲੈਵਲ ਰਿਲੇਸ਼ਨਸ਼ਿਪ ਨਹੀਂ ਸੀ ਮਾੜੀ ਜਿਹੜੀ ਹੈ। ਪ੍ਰੋਬਲਮ ਆ ਜਾਂਦੀ ਹੈ ਕਿ ਜਦ ਤੁਸੀਂ ਇਸ ਰਿਲੇਸ਼ਨਸ਼ਿਪ ਨੂੰ ਪੋਲੀਟੀਸਾਈਜ਼ ਕਰ ਦਿੰਦੇ ਹੋਗੇ, ਪੋਲੀਟੀਸਾਈਜ਼ ਕਰਕੇ ਇੱਕ ਤਰ੍ਹਾਂ ਦੀ ਇੱਕ ਭਾਵਨਾਵਾਂ ਭੜਕਾ ਦਿੰਦੇ ਹੋਗੇ, ਤਾਂ ਉਸ ਭਾਵਨਾ ਭੜਕਾਉਣ ਕਰਕੇ ਹੀ ਇਹ ਸਾਰਾ ਕੁਝ ਰੰਭਿਆ ਗਿਆ। ਇਨਫੈਕਟ ਪੰਜਾਬ ਦੀ ਲੀਡਰਸ਼ਿਪ ਤੇ ਸਾਰੀ ਜਿਹੜੀ ਸੀਗੀ ਉਹ ਪਾਰਟੀਸ਼ਨ ਦੇ ਖਿਲਾਫ ਸੀਗੀ ਜੀ। ਤੁਹਾਨੂੰ ਮੈਂ ਯਾਦ ਦਿਵਾਉਣਾ ਚਾਹਾਂਗਾ ਕਿ ਪੰਜਾਬ ਦੇ ਵਿੱਚ ਯੂਨੀਅਨਿਸਟ ਪਾਰਟੀ ਸੀਗੀ ਜੀ। ਸਰ ਸਿਕੰਦਰ ਹਯਾਤ ਖਾਂ ਟਵਾਣਾ ਇਹਨਾਂ ਦੀ ਫੈਮਿਲੀ ਜਿਹੜੀ ਸੀ, ਔਰ ਉਹਦੇ ਨਾਲ ਜੁੜੇ ਹੋਏ ਸਨ ਬੋਥ ਸਿੱਖਸ ਐਂਡ ਹਿੰਦੂਜ਼। ਹਰਿਆਣੇ ਦੇ ਚੌਧਰੀ ਆਪਣੇ ਸਰ ਛੋਟੂ ਰਾਮ ਜੀ ਸਨ, ਬੜੇ ਵੱਡੇ ਲੀਡਰ ਨੇਗੇ ਸਿਰਕੱਢਵੇਂ। ਇਸੇ ਤਰ੍ਹਾਂ ਸਿੱਖ ਲੀਡਰ ਸੀਗੇ ਜਿਹੜੇ ਨੇ ਉਹਨਾਂ ਨਾਲ ਜੁੜੇ ਹੋਏ ਸੀਗੇ। ਤੋ ਇਹ ਇੱਕ ਐਗਰੇਰੀਅਨ ਅਲੀਟ ਜਿਹੜੀ ਸੀਗੀ ਉਹਨੇ ਯੂਨੀਅਨਿਸਟ ਪਾਰਟੀ ਨੂੰ ਇਕੱਠਾ ਕਰਕੇ ਫਾਰਮਰਸ ਦੀ ਵੈਲਫੇਅਰ ਮੈਜਰਸ ਲਏ ਸੀਗੇ, ਜਿਹਦੇ ਕਰਕੇ ਬੜੇ ਪੋਪੂਲਰ ਸੀ ਉਹ। ਡੈਟ ਰਿਲੀਫ ਵਗੈਰਾ ਮੈਜਰਸ ਲਿਆਂਦੇ, ਜਿਨ੍ਹਾਂ ਕਿਉਂਕਿ ਉਹ ਪੰਜਾਬ ਦਾ ਤਾਂ ਹੈ ਨਹੀਂ, ਤੁਹਾਨੂੰ ਪਤਾ ਹੈਗਾ। ਬੇਸਿਕਲੀ ਤਾਂ ਗੁਜਰਾਤ ਮਹਾਰਾਸ਼ਟਰ ਸੀਗਾ, ਫਿਰ ਬਾਅਦ ਐਕਸਪੈਂਡ ਕਰਕੇ ਯੂਪੀ ਆਪੀ ਚਲੇ ਗਏ। ਤਾਂ ਉਹ ਪੰਜਾਬ ਆਇਆ। ਇੱਕ ਰਾਜ ਮੋਹਨ ਗਾਂਧੀ ਨੇ ਜਿਨ੍ਹਾਂ ਨੇ ਕਿਤਾਬ ਲਿਖੀ ਹੈ ਪੰਜਾਬ, ਹਾਂਜੀ, ਉਹਦੇ 'ਚ ਉਹ ਡਿਸਕ੍ਰਾਈਬ ਕਰਦੇ ਨੇ ਕਿ ਲਿਟਰਲੀ ਜਿੰਨਾ ਵਾਸ ਸ਼ੂਡ ਅਵੇ ਬਾਈ ਦਾ ਯੂਨੀਅਨਿਸਟ ਫਰੋਮ ਪੰਜਾਬ। ਉਹਨੇ ਕਿਹਾ ਵੀ ਇੱਥੇ ਤੇਰਾ ਕੰਮ ਨਹੀਂ ਚੱਲਣਾ, ਅਸੀਂ ਤੈਨੂੰ ਮੁਸਲਿਮ ਲੀਗ ਨਹੀਂ ਬਣਾਉਣ ਦੇਣੀ ਪੰਜਾਬ 'ਚ, ਹਾਂਜੀ। ਅਤੇ ਉਹ ਭਜਾਤਾ ਸੀ ਇੱਥੋਂ। ਔਰ ਉਹਨੇ ਬਾਅਦ ਰਾਜ ਮੋਹਨ ਗਾਂਧੀ ਜੀ ਲਿਖਦੇ ਨੇ ਆਪਣੀ ਕਿਤਾਬ ਦੇ ਵਿੱਚ ਕਿ ਹੀ ਕਾਲਡ ਟਿਵਾਣਾ ਕਿ ਵੀ ਤੂੰ ਟਿਵਾਣਾ ਖਾਨ ਨਹੀਂ, ਤੂੰ ਟਿਵਾਣਾ ਸਿੰਘ ਹੈ, ਤੂੰ ਸਿੰਘਾਂ ਦੀ ਜ਼ਿਆਦਾ ਗੱਲ ਕਰਦਾ ਹੈਗਾ। ਤੋ ਇਹ ਨਹੀਂ ਸੀ ਕਿ ਉਹ ਕੋਈ ਸਿੱਖਾਂ ਦੀ ਜ਼ਿਆਦਾ ਗੱਲ ਕਰਦਾ ਸੀ। ਉਹ ਹਾਰਮਨੀ ਜਿਹੜੀ ਸੀ ਆਪਸ 'ਚ ਇੰਟਰ ਕਮਿਊਨਿਟੀ, ਉਹ ਉਸ ਚੀਜ਼ ਨੂੰ ਬੜਾ ਬਰਕਰਾਰ ਰੱਖਣਾ ਚਾਹੁੰਦੇ ਸੀ। ਜਿਹੜਾ ਪੰਜਾਬ ਦਾ ਚਾਹੇ ਮੁਸਲਮਾਨ, ਚਾਹੇ ਸਿੱਖ, ਚਾਹੇ ਹਿੰਦੂ ਆ, ਉਹ ਨਹੀਂ ਚਾਹੁੰਦੇ ਕਿ ਪੰਜਾਬ ਵੰਡਿਆ ਜਾਵੇ ਜਾਂ ਪੰਜਾਬ ਵੰਡਿਆ ਜਾਵੇ। ਈਵਨ ਤੁਹਾਨੂੰ ਮੈਂ ਦੱਸਦਾ, ਮਾਸਟਰ ਤਾਰਾ ਸਿੰਘ ਜੀ ਅਕਾਲੀ ਲੀਡਰ ਬੜੇ ਉੱਗੇ ਹੋਏ ਨੇਗੇ ਉਸ ਸਮੇਂ ਦੇ। ਜਦ ਯੂਨੀਅਨਿਸਟ ਗਵਰਨਮੈਂਟ ਤੋੜੀ ਗਈ, ਕੋਲੀਸ਼ਨ ਗਵਰਨਮੈਂਟ ਸੀਗੀ, ਟੁੱਟੀ, ਹਾਂਜੀ, ਅਤੇ ਕਾਂਗਰਸ ਪਾਰਟੀ ਨੇ ਉਦੋਂ ਫਿਰ ਪਾਰਟੀਸ਼ਨ ਦੀ ਵੀ ਗੱਲ ਮੰਨ ਲਈ। ਮਾਸਟਰ ਤਾਰਾ ਸਿੰਘ ਨੇ ਖੜ੍ਹੇ ਹੋ ਕੇ ਲਾਹੌਰ, ਜਿਹੜੀ ਉਦੋਂ ਦੀ ਲੈਜਿਸਲੇਟਿਵ ਅਸੈਂਬਲੀ ਸੀ, ਉਹਦੀ ਪੌੜੀਆਂ 'ਤੇ ਖੜ੍ਹ ਕੇ ਤਲਵਾਰ ਕੱਢ ਕੇ ਕਿਹਾ ਕਿ ਪਾਕਿਸਤਾਨ ਮੇਰੇ ਖੂਨ ਦੇ ਉੱਤੇ, ਕੋਈ ਸਿੱਖ ਨਹੀਂ ਬਣਨ ਦੇਗਾ ਪਾਕਿਸਤਾਨ ਨੂੰ, ਹਾਂਜੀ। ਤੋ ਅਕਾਲੀ ਦਲ ਵੀ ਅਪੋਜ਼ ਸੀਗਾ, ਮਾਸਟਰ ਤਾਰਾ ਸਿੰਘ ਨੇ ਅਪੋਜ਼ ਕੀਤਾ। ਬਲਕਿ ਮਾਸਟਰ ਤਾਰਾ ਸਿੰਘ ਨੂੰ ਤਾਂ ਜਿਨ੍ਹਾਂ ਨੇ ਆਫਰ ਦਿੱਤੀ ਸੀ ਕਿ ਤੁਸੀਂ ਪਾਕਿਸਤਾਨ ਨੂੰ ਜੁਆਇਨ ਕਰ ਲਓ, ਕਿਉਂਕਿ ਅੰਗਰੇਜ਼ ਕਹਿੰਦੇ ਸੀ ਵੀ ਤੁਸੀਂ ਚਾਹੇ ਇੰਡੀਆ ਜੁਆਇਨ ਕਰ ਲਓ, ਚਾਹੇ ਪਾਕਿਸਤਾਨ ਜੁਆਇਨ ਕਰ ਲਓ, ਹਾਂਜੀ, ਵੀ ਤੁਹਾਨੂੰ ਮੈਂ ਇੱਕ ਏਰੀਆ ਦੇ ਦਿੰਦਾ ਜਿੱਥੇ ਤੁਹਾਡੀ ਆਪਣੀ ਇੱਕ ਤਰ੍ਹਾਂ ਦੀ ਖੁਦ ਬਖਤਿਆਰੀ ਜੀ ਵਿਦਨ ਦਾ ਪਾਕਿਸਤਾਨ ਰਹੇ। ਲੇਕਿਨ ਅਕਾਲੀ ਲੀਡਰਸ਼ਿਪ ਹਮੇਸ਼ਾ ਇਸ ਗੱਲ 'ਤੇ ਬੜੀ ਕਲੀਅਰ ਸੀਗੀ ਕਿ ਅਸੀਂ ਹਿੰਦੁਸਤਾਨ ਨਾਲ ਜਾਣਾ। ਔਰ ਮਾਸਟਰ ਤਾਰਾ ਸਿੰਘ ਨੇ ਇੱਕ ਨਹੀਂ ਕਈ ਸਪੀਚਾਂ ਦੇ ਉਹਨਾਂ ਨੇ ਦੱਬ ਕੇ ਜਿਹੜਾ ਹੈਗਾ ਅਪੋਜ਼ ਕੀਤਾ ਹੈਗਾ। ਸੋ ਪੰਜਾਬ ਦੇ ਵਿੱਚ ਐਟ ਪਰਸਨਲ ਲੈਵਲ ਭਾਈਚਾਰਾ ਬਹੁਤ ਅੱਛਾ ਸੀਗਾ ਜੀ। ਇਹ ਠੀਕ ਹੈ ਕਿ ਇੰਟਰ ਸੀ ਪਰਸਨਲ ਸੋਸ਼ਲ ਰਿਲੇਸ਼ਨਸ਼ਿਪਸ ਨਹੀਂ ਸੀਗੇ, ਦਿਸ ਇਜ਼ ਅ ਫੈਕਟ। ਲੇਕਿਨ ਐਟ ਏ ਹਾਇਰ ਲੌਫਟੀ ਲੈਵਲ, ਪੋਲੀਟੀਕਲ ਲੈਵਲ ਕਹਿ ਲਓ, ਐਟ ਏ ਸੋਸ਼ਲ ਇੰਟਰੈਕਸ਼ਨ ਉੱਪਰਲੇ ਲੈਵਲ ਦੇ ਉੱਤੇ ਦੇਰ ਵਾਜ਼ ਕੰਪਲੀਟ ਹਾਰਮਨੀ। ਲੱਗਦਾ ਸਰ ਕਿ ਉਹ ਵੀ ਜਿਹੜਾ ਇਹ ਸਾਰਾ ਮਸਲਾ ਕਿ ਸਾਡੀ ਬਹੁਤ ਸਾਰੀ ਲੀਡਰਸ਼ਿਪ ਹੈ ਕਿ ਉਹ ਨਹੀਂ ਚਾਹੁੰਦੀ ਸੀਗੇ ਵੰਡਿਆ ਜਾਵੇ ਜਾਂ ਅਸੀਂ ਪਾਕਿਸਤਾਨ ਜਾਂ ਹਿੰਦੁਸਤਾਨ ਜਾਣਾ ਗਾ। ਪਰ ਜਿਸ ਤਰ੍ਹਾਂ ਕਹਿੰਦੇ ਕਿ ਦੋ ਸੂਬਿਆਂ ਨੂੰ ਤੜਫ ਆ, ਦੋ ਸੂਬਿਆਂ ਨੇ ਆਪਣੇ ਪਿੰਡੇ 'ਤੇ ਜ਼ਖਮ ਹੰਡਾਏ ਨੇ, ਇੱਕ ਬੰਗਾਲ ਅਤੇ ਇੱਕ ਪੰਜਾਬ, ਜਿਹੜੇ ਅੱਜ ਵੀ ਹਿੱਟ ਲਿਸਟ 'ਤੇ ਨੇ। ਸਹੀ ਗੱਲ ਹੈ ਜੀ, ਤੁਹਾਡੀ ਗੱਲ ਇਹ ਬਿਲਕੁਲ ਸਹੀ ਗੱਲ ਹੈ ਕਿ ਪੰਜਾਬ
ਦੇਖੋ ਕਿੱਡਾ ਵੱਡਾ ਸੀਗਾ ਹਾਂਜੀ। ਅਫਗਾਨਿਸਤਾਨ ਤੋਂ ਸ਼ੁਰੂ ਹੁੰਦਾ ਸੀ, ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਦੇ ਉੱਤੇ ਉਧਰ ਤਿੱਬਤ ਦੇ ਬਾਰਡਰ ਤੱਕ ਪੰਜਾਬ ਜਾਂਦਾ ਸੀਗਾ, ਇੱਧਰ ਦਿੱਲੀ ਜਾਂਦਾ ਸੀ। ਦਿੱਲੀ ਦਾ ਤਾਂ ਮੈਂ ਤੁਹਾਨੂੰ ਦੱਸਦਾ ਵੀ ਈਵਨ ਅੰਗਰੇਜ਼ਾਂ ਦੇ ਟਾਈਮ ਦੇ ਉੱਤੇ ਦਿੱਲੀ ਵਾਜ ਏ ਡਿਵੀਜ਼ਨ ਆਫ ਪੰਜਾਬ, ਲਾਹੌਰ ਡਿਵੀਜ਼ਨ, ਦਿੱਲੀ ਡਿਵੀਜ਼ਨ ਹਾਂਜੀ। ਔਰ ਸਾਰੀ ਦਿੱਲੀ ਦੀ ਐਡਮਿਨਿਸਟ੍ਰੇਸ਼ਨ ਪੰਜਾਬ ਦੀ ਐਡਮਿਨਿਸਟ੍ਰੇਸ਼ਨ ਸੀਗੀ। ਆਪਣੇ PCS ਅਫਸਰ ਜਿਹੜੇ ਨੇਗੇ ਉਸ ਟਾਈਮ ਵਟਐਵਰ, ਫੋਰ ਐਗਜ਼ਾਮਪਲ ਮੈਂ ਤੁਹਾਨੂੰ ਐਗਜ਼ਾਮਪਲ ਦੇ ਦੇਣਾ ਤੁਹਾਨੂੰ, ਜਗਮੋਹਨ ਬੜੇ ਵੱਡੇ ਐਡਮਿਨਿਸਟ੍ਰੇਟਰ ਬਣੇ ਨੇ, ਗਵਰਨਰ ਰਹੇ ਆਪਣੇ J&K ਦੇ, ਹੀ ਵਾਜ ਏ PCS ਆਫਿਸਰ ਹਾਂਜੀ, ਜੋ ਦਿੱਲੀ ਨੂੰ ਹਾਈ ਕੋਰਟ ਤੇ ਜਾ ਕੇ 1966 ਸਾਡੀ ਅੱਡ ਹੋਈ ਹੈ ਦਿੱਲੀ ਨਾਲੋਂ। ਨਹੀਂ, ਪੰਜਾਬ ਹਾਈ ਕੋਰਟ ਦਾ ਬੈਂਚ ਜਿਹੜਾ ਸੀ ਦਿੱਲੀ, ਉਹਦੀ ਜੁਡੀਕਸ਼ਨ ਸੀਗੀ, ਸਾਰੀ ਜੁਡੀਸ਼ੀਅਲ ਕਾਡਰ ਹੀ ਪੰਜਾਬ ਦਾ ਦਿੱਲੀ ਨੂੰ ਮੈਨੇਜ ਕਰਦਾ ਸੀਗਾ। ਸੋ ਓਵਰ ਏ ਪੀਰੀਅਡ ਆਫ ਟਾਈਮ ਇਹ ਡਿਵੀਜ਼ਨ ਹੋ ਜਾਂਦੇ ਨੇ ਕਿ ਵੰਡੀਆਂ ਪੈ ਜਾਂਦੀਆਂ ਗੀਆਂ, ਫਿਰ ਉਹ ਪੁਰਾਣੇ ਇਤਿਹਾਸ ਨੂੰ ਅਸੀਂ ਭੁੱਲ ਜਾਂਦੇ ਹਾਂ ਸਾਰੇ ਨੂੰ ਹਾਂਜੀ, ਅਤੇ ਨਵਾਂ ਇਤਿਹਾਸ ਜਿਹੜਾ ਹੈਗਾ ਉਹ ਸਿਰਜਿਆ ਜਾਂਦਾ ਅਤੇ ਉਹਦੇ ਨਾਲ ਪੁਰਾਣੀਆਂ ਜਿਹੜੀਆਂ ਇਕੁਏਸ਼ਨਸ ਹੁੰਦੀਆਂ, ਜਿਹੜਾ ਭਾਈਚਾਰਾ ਹੈਗਾ ਉਹਨੂੰ ਆਪਾਂ ਕਈ ਵਾਰ ਇਗਨੋਰ ਕਰ ਦਿੰਦੇ ਹਾਂ। ਸਰ ਲੱਗਦਾ ਕਿ ਇੱਕ ਤਾਂ ਚਲੋ ਆਜ਼ਾਦੀ ਦਾ ਅਸੀਂ ਜਸ਼ਨ ਮਨਾ ਰਹੇ ਹਾਂ, ਪਰ ਨਾਲ ਦੀ ਨਾਲ ਪਛਤਾਵਾ ਵੀ ਹੈਗਾ ਕਿ ਕਈ ਨਹੀਂ ਵੱਢ ਟੁੱਕ ਬੇਲੋੜੀ ਹੋਈ ਜੀ। ਨਹੀਂ, ਉਹ ਤਾਂ ਕੋਈ ਸ਼ੱਕ ਹੀ ਨਹੀਂ ਜੀ। ਹੁਣ ਤਾਂ ਦੇਖੋ ਤੁਸੀਂ ਰੋਜ਼ ਹੀ ਹਰ ਅਖਬਾਰ ਵਾਲਾ ਉਹ ਪੁਰਾਣੀਆਂ ਸਟੋਰੀਜ਼ ਜਿਹੜੀਆਂ ਨੇਗੀਆਂ ਛਪ ਰਹੀਆਂ ਨੇਗੀਆਂ, ਔਰ ਬੜੀਆਂ ਦਰਦਨਾਕ ਸਟੋਰੀਜ਼ ਨੇ, ਕਿੱਦਾਂ ਪਰਿਵਾਰ ਅੱਡ ਹੋਏ, ਕਈਆਂ ਨੇ ਤਾਂ ਆਪਣੀ ਆਪ ਮਾਰਤੇ ਕਿ ਇੱਕ ਦੂਜੇ ਦੇ ਕਮਿਊਨਿਟੀਜ਼ ਦੇ ਹੱਥ ਨਾਲ ਪੈ ਜਾਣ ਹਾਂਜੀ। ਕਿੰਨੀਆਂ ਵੂਮਨ ਜਿਹੜੀਆਂ ਦੋਨੋਂ ਕਮਿਊਨਿਟੀਜ਼ ਦੀਆਂ ਬਾਅਦ 'ਚ ਰਿਕਵਰ ਹੋਈਆਂ, ਇੱਕ ਦੂਜੇ ਨਾਲ ਐਕਸਚੇਂਜ ਹੋਈ ਹਾਂਜੀ। ਤਾਂ ਇਹ ਬੜਾ ਦੁਖਦਾਈ ਹੈਗਾ। ਇਹ ਪੋਲੀਟਿਕਸ ਜਿਹੜਾ ਨਾ ਜੀ, ਇਹ ਕੰਮ ਖਰਾਬ ਕਰ ਦਿੰਦਾ ਹੈਗਾ। ਜੇ ਪੋਲੀਟਿਕਸ ਨਾ ਹੁੰਦਾ ਤਾਂ ਹਿੰਦੁਸਤਾਨ ਦੀ ਡਿਵੀਜ਼ਨ ਨਹੀਂ ਸੀ ਹੋਣੀ, ਅਸੀਂ ਰਹਿ ਜਾਣਾ ਸੀਗਾ। ਇਹ ਠੀਕ ਹੈ ਕਿ ਅੰਗਰੇਜ਼ਾਂ ਦੇ ਟਾਈਮ ਦੇ ਉੱਤੇ ਥੋੜ੍ਹੀ ਜਿਹੀ ਉਹਨਾਂ ਨੇ ਜਿਹੜੀ ਪਾਲਿਸੀ ਅਡੋਪਟ ਕੀਤੀ, ਉਹਦੇ 'ਚ ਉਹਨਾਂ ਨੇ ਡਿਵੀਜ਼ਨ ਲਿਆਉਣ ਦੀ ਕੋਸ਼ਿਸ਼ ਕੀਤੀ, ਸੈਪਰੇਟ ਇਲੈਕਟੋਰੇਟ ਲਿਆਉਂਦੀ, ਮੁਸਲਮਾਨਾਂ ਦੀਆਂ ਸੈਪਰੇਟ ਸੀਟਾਂ, ਸਿੱਖਾਂ ਦੀਆਂ ਸੈਪਰੇਟ ਜਿਹੜੀਆਂ ਨੇਗੀਆਂ, ਇਸੇ ਤਰ੍ਹਾਂ ਸਰਵਿਸਿਜ਼ ਦੇ ਵਿੱਚ ਕੋਟੇ ਫਿਕਸ ਕਰ ਦਿੱਤੇ ਕਮਿਊਨਿਟੀਜ਼ ਦੇ। ਸੋ ਜਿੱਦਾਂ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਦੇ ਉੱਤੇ ਤੁਸੀਂ ਦੇਖੋ ਵੀ ਉਹਨਾਂ ਦੇ ਟਾਈਮ 'ਤੇ ਕੋਈ ਵੱਖਵਾਦ ਹੈ ਹੀ ਨਹੀਂ ਸੀਗਾ। ਪਰਸ਼ੀਅਨ ਉਹਨਾਂ ਦੀ ਕੋਰਟ ਲੈਂਗੁਏਜ ਸੀ, ਪੰਜਾਬੀ ਉਹਨਾਂ ਦੀ ਮਾਂ ਬੋਲੀ ਸੀ ਹਾਂਜੀ। ਰਾਜ ਉਹਨਾਂ ਦਾ ਅਫਗਾਨਿਸਤਾਨ ਤੋਂ ਲੈ ਕੇ ਕਿੱਥੇ ਤੱਕ ਪਹੁੰਚਿਆ ਹੋਇਆ ਸੀਗਾ। ਮੁਸਲਮਾਨ ਵੀ ਉਹਨਾਂ ਦੇ ਵਜ਼ੀਰ ਸੀਗੇ, ਫੋਰਨ ਮਿਨਿਸਟਰ ਸੀਗਾ, ਫਾਈਨੈਂਸ ਮਿਨਿਸਟਰ ਵੀ ਹਿੰਦੂ ਸੀਗੇ, ਸਿੱਖ ਵਜ਼ੀਰ ਵੀ ਜਿਹੜੇ ਸੀ ਜਰਨੈਲ ਸੀਗੇ। ਉਹਨਾਂ ਨੇ ਮੁਸਲਮਾਨਾਂ ਦੀਆਂ ਮਸਜਿਦਾਂ ਵੀ ਬਣਾਈਆਂ। ਲਾਹੌਰ ਦੇ ਵਿੱਚ ਮਾਈ ਮੋਹਰਾ ਦੀ ਮਸਜਿਦ ਉਹਨਾਂ ਨੇ ਬਣਾ ਕੇ ਦਿੱਤੀ, ਅਤੇ ਹਿੰਦੂਆਂ ਦੇ ਟੈਂਪਲਸ ਨੂੰ ਗੋਲਡ ਦਿੱਤਾ, ਜਵਾਲਾਮੁਖੀ ਔਰ ਸੋਮਨਾਥ ਦੇ ਮੰਦਰਾਂ ਨੂੰ। ਸਿੱਖਾਂ ਦਾ ਤਾਂ ਉਹਨਾਂ ਨੇ ਕੀਤਾ ਹੀ ਕੀਤਾ ਹੈਗਾ ਹਾਂਜੀ। ਦਰਬਾਰ ਸਾਹਿਬ ਦਾ ਜਿਹੜਾ ਗੋਲਡ ਜਿਹੜਾ ਹੋਇਆ ਉਹ ਉਹਨਾਂ ਦੇ ਟੈਨਿਓਰ ਦੇ ਵਿੱਚ ਹੋਇਆ, ਉਹਨਾਂ ਦੇ ਵੱਲੋਂ ਹੋਇਆ। ਸੋ ਇਹ ਵੱਖਵਾਦ ਜਿਹੜਾ ਹੈਗਾ ਨਾ ਜੀ, ਇਹ ਸਾਨੂੰ ਮਾਰ ਜਾਂਦਾ। ਵੀ ਨੀਡ ਏ ਵੈਰੀ ਵਿਜ਼ਨਰੀ ਸਾਡੀ ਪੀਪਲ ਐਂਡ ਲੀਡਰਸ਼ਿਪ ਬੋਥ, ਤਾਂ ਕਿ ਇਹ ਆਪਾਂ ਵੰਡ ਵੱਲ ਨਾ ਜਾਈਏ, ਇਕੱਠੇ ਰਹੀਏ ਸਾਰੇ। ਚਲੋ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਪੰਜਾਬ 'ਚ ਸੈਕੂਲਰ ਸਟੇਟ ਨਹੀਂ ਕੋਈ ਆਈ ਹੈ? ਨਹੀਂ, ਦੇਖੋ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਦੇ ਉੱਤੇ ਜਾਂ ਉਹ ਤੋਂ ਬਾਅਦ ਜਿਹੜੀਆਂ ਸਿੱਖ ਸਟੇਟ ਸੀਗੀਆਂ ਈਸਟ ਪੰਜਾਬ ਦੀਆਂ, ਉਹ ਤਾਂ ਬਾਏ ਐਂਡ ਲਾਰਜ ਸੈਕੂਲਰ ਹੀ ਸੀਗੀਆਂ। ਪਟਿਆਲਾ, ਨਾਭਾ, ਜੀਂਦ, ਕਪੂਰਥਲਾ, ਫਰੀਦਕੋਟ ਹਾਂਜੀ, ਈਵਨ ਮੈਂ ਕਹਾਂਗਾ ਮਲੇਰਕੋਟਲਾ ਜਿਹਦੀ ਆਪਾਂ ਐਗਜ਼ਾਮਪਲ ਦੇ ਰਹੇ ਹਾਂਗੇ। ਔਰ ਇਹ ਜਿਹੜੀਆਂ ਸਟੇਟਾਂ ਸੀਗੀਆਂ ਸਾਰੀਆਂ, ਉਹਨਾਂ ਦੇ ਵਿੱਚ ਮੋਸਟਲੀ ਦੇਵਰ ਅੰਡਰ ਸੁਜ਼ਰੈਨਿਟੀ ਆਫ ਦਾ ਬ੍ਰਿਟਿਸ਼। ਉਹ ਅੰਗਰੇਜ਼ਾਂ ਨੇ ਆਪਣੇ ਆਪਣੇ ਉੱਥੇ ਅਫਸਰ ਬਿਠਾਏ ਹੋਏ ਸੀਗੇ। ਤੋ ਮਾਡਰਨ ਜਿਹੜਾ ਪੀਰੀਅਡ ਹੈਗਾ, ਉਹ ਜਿਹਦੇ 'ਚ ਨਵੇਂ ਲਾਅ, ਰਾਈਟ ਟੂ ਇਕੁਐਲਿਟੀ, ਲਿਬਰਟੀ, ਫਰੈਟਰਨਿਟੀ, ਇਹ ਕਨਸੈਪਟ ਹੌਲੀ ਹੌਲੀ ਸੀਪ ਇਨ ਕਰਨੀ ਸ਼ੁਰੂ ਹੋ ਗਈ ਸੀਗੀ। ਸੋ ਕੋਈ ਵੱਖਵਾਦ ਨਹੀਂ ਸੀਗਾ। ਇਨਫੈਕਟ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਪੈਪਸੂ ਦੇ ਵਿੱਚ ਕਈ ਜਗ੍ਹਾ ਸਟੇਟ ਫੰਡਡ ਟੈਂਪਲ ਸੀਗੇ। ਜਿੱਦਾਂ ਮੈਂ ਧਨੌਲਾ ਫੋਰ ਐਗਜ਼ਾਮਪਲ, ਮੈਂ ADC ਸੰਗਰੂਰ ਸੀਗਾ, ਉੱਥੇ ਗਿਆ, ਮੈਂ ਦੇਖਿਆ ਬੜਾ ਵੱਡਾ ਪੁਰਾਣਾ ਪ੍ਰਾਚੀਨ ਜਿਹਾ ਮੰਦਿਰ ਹੈ, ਅਤੇ ਉਹ ਕਹਿੰਦੇ ਜੀ ਤਾਂ ਸਰਕਾਰੀ ਮੰਦਿਰ ਹੈ, ਪੁਜਾਰੀ ਜੀ ਦੀ ਤਨਖਾਹ ਅਜੇ ਵੀ ਜਿਹੜੀ ਹੈ ਸਰਕਾਰ ਦੇ ਰਹੀ ਹੈ, ਪ੍ਰਿੰਸਲੀ ਸਟੇਟਸ ਦੇ ਟਾਈਮ ਤੋਂ ਚੱਲੀ ਆ ਰਹੀ ਹੈ ਹਾਂਜੀ। ਤੋ ਇਹ ਟਰਡੀਸ਼ਨ ਸੀਗਾ ਜਿਹਦੇ 'ਚ ਇੰਟਰ ਸਿੱਖ ਕਮਿਊਨਿਟੀ ਦੀ ਇੱਕ ਦੂਜੇ ਨਾਲ ਠੀਕ ਸੀ। ਹੁਣ ਪਟਿਆਲਾ ਸਟੇਟ 'ਚ ਮਲੇਰਕੋਟਲੇ 'ਚ ਫੋਰ ਐਗਜ਼ਾਮਪਲ ਮੈਂ ਤੁਹਾਨੂੰ ਦੱਸਦਾ ਕਿ ਸਾਰੇ ਪੱਗ ਬੰਨ੍ਹਦੇ ਸੀ ਜੀ, ਸਾਫਾ ਬੰਨ੍ਹਦੇ ਸੀ। ਪੱਗ ਤਾਂ ਕਹਿੰਦਾ ਨਹੀਂ ਕੋਈ, ਸਾਫਾ ਕਹਿੰਦੇ ਸੀ ਹਾਂਜੀ। ਈਵਨ ਬਾਣੀਏ ਵੀ ਜਿਹੜੇ ਸੀਗੇ ਉਹ ਘਰੋਂ ਬਾਹਰ ਨਿਕਲ ਵੇਲੇ ਸਾਫਾ ਬੰਨ੍ਹ ਕੇ ਜਾਂਦੇ ਸੀਗੇ, ਮੁੰਦਰੀਆਂ ਪਾਉਂਦੇ ਹੁੰਦੇ ਸੀ, ਮੈਨੂੰ ਯਾਦ ਹੈ, ਛੋਟੇ ਛੋਟੇ ਸੀ ਜਦ ਅਸੀਂ ਹਾਂਜੀ। ਸੋ ਉਹ
ਪੰਜਾਬੀ ਸਾਰੇ ਬੋਲਦੇ ਸੀਗੇ, ਲੈਂਗੁਏਜ ਹੀ ਪੰਜਾਬੀ ਸੀ ਪੰਜਾਬ ਦੀ ਜਿਹੜੀ ਹੈ। ਇਹ ਤਾਂ ਬਾਅਦ 'ਚ ਆ ਕੇ ਵੰਡਾਂ ਪੈ ਕੇ ਪੰਜਾਬੀ ਨੂੰ ਡਿਸਓਨ ਕਰਤਾ ਕੁਝ ਸੈਕਸ਼ਨ ਆਫ ਸੁਸਾਇਟੀ ਨੇ। ਇਹ ਨਹੀਂ ਕਿ ਘਰੇ ਉਹਨਾਂ ਨੂੰ ਕੋਈ ਪੰਜਾਬੀ ਬੋਲਣੀ ਬੰਦ ਕਰਤੀ, ਪੰਜਾਬੀ ਤਾਂ ਘਰੇ ਬੋਲਦੇ ਸੀਗੇ, ਪਰ ਜਦ ਰਿਕਾਰਡ 'ਚ ਜਾਂਦੇ ਸੀ ਕਹਿ ਦਿੰਦੇ ਸੀ ਹਿੰਦੀ ਜੀ। ਹਾਂਜੀ, ਉਸੇ ਕਰਕੇ ਪੌੜਾ ਪਿਆ। ਨਹੀਂ ਐਡਾ ਪੰਜਾਬ ਕਦੇ ਐਡਾ ਛੋਟਾ ਰਹਿ ਹੀ ਨਹੀਂ ਸੀ ਸਕਦਾ। ਹਾਂਜੀ, ਜਿਹੜੀ ਡਿਮਾਂਡ ਸੀਗੀ ਪੰਜਾਬੀ ਸੂਬੇ ਦੀ, ਜੇ ਤੁਸੀਂ ਦੇਖੋ, ਉਹ ਅਕਾਲੀ ਦਲ ਤਾਂ ਕਹਿ ਰਿਹਾ ਸੀਗਾ ਵੀ ਸਾਨੂੰ ਕਾਂਗੜਾ ਵੀ ਦਿਓ, ਸਾਨੂੰ ਅੰਬਾਲਾ ਡਿਵੀਜ਼ਨ ਦਿਓ, ਕਰਨਾਲ ਦੀ ਦਿਓ, ਇੱਧਰੋਂ ਆ ਕੁਰਕਸ਼ੇਤਰਾ ਵਗੈਰਾ ਸਾਰਾ ਮੰਗ ਰਹੇ ਸੀਗੇ, ਹਿਸਾਰ ਦਾ ਤੁਹਾਡਾ ਸਿਰਸਾ ਸਬ ਜਿਹੜਾ ਡਿਸਟ੍ਰਿਕਟ ਹੈ ਹੁਣ ਫਤਿਹਾਬਾਦ ਸਿਰਸਾ, ਇਹ ਮੰਗ ਰਹੇ ਸੀਗੇ, ਈਵਨ ਗੰਗਾਨਗਰ ਮੰਗ ਰਹੇ ਸੀਗੇ। ਹਾਂਜੀ, ਸੋ ਇਹ ਕਿਉਂਕਿ ਇੱਕ ਆਰਟੀਫਿਸ਼ਲੀ ਲਿੰਗੁਇਸਟਿਕ ਸਰਕਾਰੀ ਰਿਕਾਰਡ ਦੇ ਵਿੱਚ ਗਲਤ ਬਿਆਨੀ ਹੋ ਗਈ। ਹਾਂਜੀ, ਤਾਂ ਉਸ ਗਲਤ ਬਿਆਨੀ ਦੀ ਮਾਰ ਕਰਕੇ ਆਪਾਂ ਅੱਜ ਬੈਠੇ ਹਾਂ। ਲੱਗਦਾ ਕਿ ਜਦੋਂ ਬਾਬੇ ਨਾਨਕ ਦੀ ਧਰਤੀ ਔਰ ਫਿਰ ਸਾਡੇ ਦਰਬਾਰ ਸਾਹਿਬ ਜਿੰਨੀ ਸਾਈ ਮੀਆਂ ਮੀਰ ਰੱਖੀ ਜਾਂਦੀ ਹੈਗੀ ਆ, ਉਹ ਜਿਹੜਾ ਫਲਸਫਾ ਪੰਜਾਬ ਦੇ ਵਿੱਚ ਚੱਲਦਾ ਰਿਹਾ ਸਦੀਆਂ ਤੋਂ, ਉਹਦੇ 'ਚ ਇੱਕ ਮਿਸਾਲ ਮਲੇਰਕੋਟਲਾ ਜਿਹੜਾ ਤੁਸੀਂ ਵਰਣਨ ਕੀਤਾ ਹੈਗਾ, ਕਿ ਸ਼ਾਇਦ ਇਸੇ ਕਰਕੇ ਉਹ ਜਿਹੜਾ ਇਲਾਕਾ ਵਾ ਉਹਨਾਂ ਦਿਨਾਂ ਦੇ ਵਿੱਚ ਵੀ ਉੱਥੇ ਇੱਕ ਵੀ ਜਿਹੜਾ ਕਤਰਾ ਖੂਨ ਦਾ ਨਹੀਂ ਵਗਿਆ ਜੀ। ਬਿਲਕੁਲ ਠੀਕ ਹੈ ਜੀ ਤੁਹਾਡੀ ਗੱਲ। ਦੇਖੋ, ਇੱਕ ਚੀਜ਼ ਮੈਂ ਤੁਹਾਨੂੰ ਕਹਿਣਾ ਚਾਹਾਂਗਾ ਕਿ ਜਿਹੜੀਆਂ ਪ੍ਰਿੰਸਲੀ ਸਟੇਟਸ ਹੁੰਦੀਆਂ ਨੇ ਨਾ, ਬੇਸਿਕ ਤੇ ਐਗਜ਼ਿਸਟੈਂਸ਼ੀਅਲ ਇੱਕ ਕੁਐਸਚਨ ਹੁੰਦਾ ਹੈ ਵੀ ਸਾਡਾ ਰਾਜ ਜਿਹੜਾ ਉਹ ਚੱਲਦਾ ਰਹੇ। ਤਾਂ ਸਮੇਂ ਦੇ ਨਾਲ ਉਹ ਸਮੇਂ ਦੀਆਂ ਤਾਕਤਾਂ ਦੇ ਨਾਲ ਅਲਾਈਨ ਕਰਦੀਆਂ ਰਹਿੰਦੀਆਂ ਨੇ। ਮਲੇਰਕੋਟਲਾ ਵੀ ਜਿਹੜਾ ਹੈਗਾ ਉਹ ਸਮੇਂ ਦੇ ਨਾਲ ਉਹਨਾਂ ਨੇ ਵੀ ਅਲਾਈਨ ਕੀਤਾ ਜੀ। ਹਾਂਜੀ, ਜਿੱਦਾਂ ਫੋਰ ਐਗਜ਼ਾਮਪਲ ਮੈਂ ਦੱਸਦਾ ਵੀ ਅਹਿਮਦ ਸ਼ਾਹ ਅਬਦਾਲੀ ਦੇ ਵੇਲੇ ਜਦ ਵੱਡਾ ਘੱਲੂਘਾਰਾ ਹੋਇਆ, ਉਸ ਟਾਈਮ ਸਰਹਿੰਦ ਤੇ ਮਲੇਰਕੋਟਲਾ ਦੋਨਾਂ ਸਟੇਟਾਂ ਨੂੰ ਉਹਨੇ ਜਿਹੜੀ ਸੀਗੀ ਮਦਦ ਲੈਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਮਲੇਰਕੋਟਲੇ ਦੇ ਕੋਈ ਕੁੱਟਮਾਰ ਵੱਢ 'ਚ ਨਹੀਂ ਪਏ ਉਹ। ਹਾਂਜੀ, ਜਿਹੜਾ ਹੈਗਾ ਉਸ ਤੋਂ ਬਾਅਦ ਜੇ ਤੁਸੀਂ ਦੇਖੋ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਦੇ ਉੱਤੇ ਵੀ ਇਹ ਮਲੇਰਕੋਟਲਾ ਦੂਜੀਆਂ ਈਸਟ ਪੰਜਾਬ ਦੀਆਂ ਸਿੱਖ ਸਟੇਟਸ ਦੇ ਨਾਲ ਰਲੀ। ਹਾਂਜੀ, ਕਿਉਂਕਿ ਮਹਾਰਾਜਾ ਰਣਜੀਤ ਸਿੰਘ ਨੇ ਤਾਂ ਅਦਰਵਾਈਜ਼ ਕੌਂਕਰ ਕਰ ਲੈਣੇ ਸੀ ਸਾਰੇ। ਹਾਂਜੀ, ਪਟਿਆਲਾ ਨਾਭਾ ਜਿੰਨੇ ਵੀ ਸੀਗੇ। ਸੋ ਇਹਨਾਂ ਨੇ ਇੰਟਰਸਟ ਅਲਾਈਨ ਇੱਧਰ ਕੀਤਾ ਆਪਣਾ। ਇਸੇ ਤਰ੍ਹਾਂ ਅੰਗਰੇਜ਼ਾਂ ਦੇ ਟਾਈਮ ਦੇ ਉੱਤੇ ਇੱਕ ਬੜਾ ਵੱਡਾ ਦੁਖਾਂਤ ਮਲੇਰਕੋਟਲੇ ਵਿੱਚ ਹੋਇਆ, ਜਿਹਨੂੰ ਅਸੀਂ ਕੂਕਿਆਂ ਦਾ ਮਰਡਰ ਕਹਿੰਦੇ ਆਗੇ। ਹਾਂਜੀ, ਆਲਮੋਸਟ 69-70 ਕੂਕੇ ਜਿਹੜੇ ਸੀਗੇ ਉਹ ਦੇ ਵਰ ਬਲੋਨ ਬਾਈ ਟਾਈਂਗ ਦੈਮ ਇਨ ਫਰੰਟ ਆਫ ਕੈਨਨਸ। ਲੇਕਿਨ ਉਹਦੇ ਲਈ ਵੀ ਬਲੇਮ ਨਵਾਬ ਮਲੇਰਕੋਟਲੇ ਦਾ ਨਹੀਂ ਜਾਂਦਾ। ਉਹ ਉਸ ਟਾਈਮ ਦਾ ਜਿਹੜਾ ਬ੍ਰਿਟਿਸ਼ ਰਾਜ ਦਾ ਉੱਥੇ ਰਿਪਰੈਜ਼ੈਂਟੇਟਿਵ ਸੀਗਾ, ਕਿਉਂਕਿ ਨਵਾਬ ਮਲੇਰਕੋਟਲਾ ਉਦੋਂ ਮਾਈਨਰ ਸੀਗਾ। ਹਾਂਜੀ, ਹੀ ਵਾਜ਼ ਅ ਚਾਈਲਡ। ਤਾਂ ਉਹਦੇ ਹੁਕਮਾਂ ਦੇ ਨਾਲ, ਕਿਉਂਕਿ ਕੂਕਿਆਂ ਦਾ ਰਿਵੋਲਟ ਹੋਇਆ ਉਹਦੇ 'ਚ ਬਾਏ ਐਂਡ ਲਾਰਜ ਜੇ ਤੁਸੀਂ ਆਪਾਂ ਦੇਖੀਏ ਤਾਂ ਦੇਖੋ ਹਰ ਪ੍ਰਿੰਸਲੀ ਸਟੇਟ ਆਪਣੀ ਐਗਜ਼ਿਸਟੈਂਸ 'ਤੇ ਜਾਂਦੀ ਹੈ, ਦੈਟ ਇਜ਼ ਦਾ ਮੋਟੀਵੇਸ਼ਨਲ। ਲੇਕਿਨ ਮਲੇਰਕੋਟਲੇ ਨੇ ਉਹ ਆਪਣੀ ਐਗਜ਼ਿਸਟੈਂਸ਼ੀਅਲਿਜ਼ਮ ਨੂੰ ਟੈਂਪਰ ਕੀਤਾ ਬਾਈ ਗੁੱਡਵਿਲ। ਇੰਟਰ ਕਮਿਊਨਿਟੀ ਜਿਹੜੀ ਹੈ, ਬੰਦਾ ਬਹਾਦਰ ਸਰਹੰਦ ਆਏ। ਹਾਂਜੀ, ਉਹਨਾਂ ਨੇ ਤੁਹਾਨੂੰ ਪਤਾ ਇੱਟ ਨਾਲ ਇੱਟ ਖੜਕਾ ਦਿੱਤੀ ਜਿਹੜੀ ਹੈ। ਮਲੇਰਕੋਟਲਾ ਉਹਨਾਂ ਨੇ ਬਿਲਕੁਲ ਹੀ ਇੱਧਰ ਨੂੰ ਮੂੰਹ ਨਹੀਂ ਕੀਤਾ। ਹਾਂਜੀ, ਹਾਲਾਂਕਿ ਇਹ ਵੀ ਆਫਕੋਰਸ ਇਤਿਹਾਸਕਾਰ ਕਈ ਵਾਰ ਐਕਸਪਲੇਨ ਕਰ ਦਿੰਦੇ ਨੇ ਕਿ ਮਲੇਰਕੋਟਲਾ ਉਹਨਾਂ ਦੇ ਰੂਟ 'ਚ ਨਹੀਂ ਸੀਗਾ, ਬਟ ਦ ਫੈਕਟ ਰਿਮੇਨਸ ਕਿ ਇਟ ਵਾਜ਼ ਅ ਪ੍ਰਿੰਸਲੀ ਮੁਸਲਿਮ ਸਟੇਟ ਐਂਡ ਬੰਦਾ ਬਹਾਦਰ ਆ ਸਕਦੇ ਸੀਗੇ। ਲੇਕਿਨ ਕਿਉਂਕਿ ਇਹਨਾਂ ਨੇ ਹਾਂ ਦਾ ਨਾਰਾ ਮਾਰਿਆ ਸੀਗਾ, ਇੱਕ ਤਰ੍ਹਾਂ ਦਾ ਸਰਬ ਧਰਮ ਦਾ ਮੈਂ ਕਹਾਂਗਾ ਇੱਕ ਪ੍ਰਿੰਸੀਪਲ ਸੀਗਾ। ਸੋ ਮਲੇਰਕੋਟਲਾ ਪੂਰਾ ਆਪਣਾ ਖੁਸ਼ਹਾਲ ਰਿਹਾ ਹੈਗਾ। ਸਰ, ਇੱਕ ਹੋਰ ਬੜਾ ਬਹੁਤ ਸਾਰੇ ਹੁਣ ਜਦੋਂ ਚਰਚਾ ਚੱਲਦੀ ਆ, ਬਹੁਤ ਸਾਰੇ ਲੋਕ ਜਨਤਕ ਤੌਰ 'ਤੇ ਵੀ ਬੋਲਣ ਤੋਂ ਗਰੇਜ ਵੀ ਨਹੀਂ ਕਰਦੇ, ਸਗੋਂ ਕਿ ਮਾਣ ਵੀ ਮਹਿਸੂਸ ਕਰਦੇ ਨੇ ਕਿ ਮੁਗਲ ਅੰਪਾਇਰ ਦੇ ਵਿੱਚ ਸਿੱਖਾਂ ਦੇ ਇੰਨੇ ਜ਼ਿਆਦਾ ਹਮਲੇ ਹੋਏ ਨੇ, ਵੱਡੇ ਟੁੱਕੇ ਗਏ, ਬਹੁਤ ਜ਼ਿਆਦਾ ਵਧੀਕੀਆਂ ਕੀਤੀਆਂ ਗਈਆਂ, ਫਿਰ ਸਿੱਖ ਕੌਮ ਮਾਫ ਵੀ ਕਰਦੀ ਰਹੀ ਹੈਗੀ ਹੈ ਜੀ। ਇਹ ਤੇ ਕਹਿ ਰਹੇ ਕਿ ਇਹ ਸਭ ਤੋਂ ਵੱਡੀ ਇਨਸਾਨੀਅਤ ਆ ਗਿਆ ਕਿ ਜੇ ਔਰੰਗਜ਼ੇਬ ਨੇ ਐਡੀ ਵੱਡੀ ਵਧੀਕੀ ਕੀਤੀ ਹੈ ਤੇ ਦਸਮ ਪਾਤਸ਼ਾਹ ਨੇ ਮਾਫ ਵੀ ਕਰ ਦਿੱਤਾ। ਸ਼ਾਇਦ ਇਸੇ ਕਰਕੇ ਪੰਜਾਬ ਬਾਕੀ ਸੂਬਿਆਂ ਨਾਲੋਂ ਵੱਖਰੇ ਤੌਰ 'ਤੇ ਦੇਖਿਆ ਜਾਂਦਾ ਜੀ। ਨਹੀਂ, ਦੇਖੋ ਪੰਜਾਬ ਦਾ ਇਤਿਹਾਸ ਤੇ ਜੇ ਖਾਸ ਕਰਕੇ ਆਪਾਂ ਰੀਸੈਂਟ ਟਾਈਮ ਦਾ ਦੇਖੀਏ ਨਾ, ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਦਾ, ਜਾਂ ਜਿਹੜੀਆਂ ਆਪਣੀਆਂ ਈਸਟ ਪੰਜਾਬ ਦੀਆਂ ਪੈਪਸੂ ਦੀਆਂ ਸਿੱਖ ਸਟੇਟਸ ਨੇ, ਇਹਨਾਂ ਹਮੇਸ਼ਾ ਹੀ ਜਿਹੜਾ ਹੈਗਾ ਹਰ ਇੱਕ ਬਰਾਦਰੀ ਦਾ ਆਦਰ ਕੀਤਾ ਹੈਗਾ। ਗੁਰੂ ਮਹਾਰਾਜ ਨੇ ਆਪ ਜਿਹੜਾ ਹੈਗਾ, ਤੁਸੀਂ ਆਪ ਐਗਜ਼ਾਮਪਲ ਦਿੱਤੀ ਹੈ ਵੀ ਦਰਬਾਰ ਸਾਹਿਬ ਦੀ ਨੀਂਹ ਪੱਥਰ ਜਿਹੜੀ ਹੈ ਮੀਆਂ ਮੀਰ ਨੇ ਰੱਖੀ, ਜਿਹੜੀ ਹੈਗੀ ਮੁਸਲਮਾਨ ਫਕੀਰ ਸੀਗੇ। ਸੋ ਆਪਣੀ ਗੁਰਬਾਣੀ ਦੇ ਵਿੱਚ ਤੇ
ਹਰ ਸੂਫੀਆਂ ਦੀ ਵੀ ਬਾਣੀ ਹੈਗੀ, ਹਿੰਦੂ ਸੇਂਟਸ ਦੀ ਵੀ ਹੈਗੀ ਹੈ, ਸਿੱਖ ਗੁਰੂਆਂ ਦੀ ਵੀ ਹੈਗੀ ਹੈ। ਔਰ ਉਹਦੇ 'ਚ ਲੈਂਗੁਏਜ ਵੀ ਜੇ ਤੁਸੀਂ ਦੇਖੋ, ਠੀਕ ਹੈ, ਗੁਰਮੁਖੀ ਉਹਦਾ ਸਕ੍ਰਿਪਟ ਹੈ, ਲੇਕਿਨ ਉਹਦੇ 'ਚ ਦੋਹੇ ਜਿਹੜੇ ਨੇਗੇ ਉਹ ਹਰ ਭਾਸ਼ਾ ਦੇ ਨੇ। ਖੜੀ ਬੋਲੀ ਦੇ ਵੀ ਮਿਲ ਜਾਂਦੇ ਨੇ ਤੁਹਾਨੂੰ, ਈਵਨ ਅਰਬਿਕ ਮਿਲ ਜਾਂਦੇ ਨੇ, ਪਰਸ਼ੀਅਨ ਮਿਲ ਜਾਂਦੇ ਨੇ, ਸੰਸਕ੍ਰਿਤ ਦੇ ਵੀ ਮਿਲ ਜਾਂਦੇ ਨੇਗੇ। ਸੋ ਸਿੱਖਿਜ਼ਮ ਇਜ਼ ਅ ਗ੍ਰੇਟ ਯੂਨੀਫਾਇਰ ਆਫ ਆਲ ਕਮਿਊਨਿਟੀਜ਼। ਇਟ ਬਿਲੀਵਸ ਇਨ ਯੂਨੀਵਰਸਲਿਜ਼ਮ, ਸਰਬੱਤ ਦਾ ਭਲਾ, ਹਾਂਜੀ। ਤੋ ਇਹ ਸਾਡੀ ਇੱਕ ਪਿਛੋਕੜ ਹੈ, ਔਰ ਇਸੇ ਦੇ ਵਿੱਚ ਅਸੀਂ ਬਿਲੀਵ ਕਰਦੇ ਹਾਂ। ਇਸੇ ਚੀਜ਼ ਨੂੰ ਆਪਾਂ ਅੱਗੇ ਲੈ ਕੇ ਜਾਣਾ। ਬਹੁਤ ਬਹੁਤ ਸ਼ੁਕਰੀਆ ਸਰ। ਥੈਂਕ ਯੂ ਵੈਰੀ ਮਚ ਜੀ, ਥੈਂਕ ਯੂ ਵੈਰੀ ਮਚ। ਬਿਲਕੁਲ ਨਾ ਅਸੀਂ 47 ਭੁੱਲ ਸਕਦੇ, ਕਿਉਂਕਿ ਇਤਿਹਾਸ ਦੇ ਵਿੱਚ ਜੋ ਦਰਜ ਹੋ ਜਾਂਦਾ ਹੈਗਾ, ਤੇ ਉਹ ਹਮੇਸ਼ਾ ਉਸ ਅਤੀਤ ਤੋਂ ਸਿੱਖਿਆ ਜਾ ਸਕਦਾ। ਪਰ ਜਦੋਂ 47 ਯਾਦ ਆਊਗੀ, ਜਦੋਂ ਜ਼ਖਮ ਮੱਲੇ ਹੋਣਗੇ, ਉਦੋਂ ਮਲੇਰਕੋਟਲਾ ਵੀ ਯਾਦ ਹੋਊ, ਕਿਉਂਕਿ ਸਭ ਤੋਂ ਵੱਡੀ ਜਿਹੜੀ ਇਨਸਾਨੀਅਤ ਦੀ ਮਿਸਾਲ ਸੀ ਉਹ ਮਲੇਰਕੋਟਲਾ ਸੀ। ਬਹੁਤ ਬਹੁਤ ਸ਼ੁਕਰੀਆ। ਇਸੇ ਤਰ੍ਹਾਂ ਦੇ ਦਿਓ ABC ਪੰਜਾਬ। ਤੁਹਾਡਾ ਧੰਨਵਾਦ।